ਸਿਸਟਰ ਨੇ ਮੈਨੂੰ ਦੇਖਿਆ ਤਾਂ ਉਹ ਇੱਕਦਮ ਮੇਰੇ ਹੱਥ ਪਕੜ ਕੇ ਰੋਣ ਲੱਗ ਗਈ। ਤਾਂ ਮੈਨੂੰ ਪਤਾ ਸੀ ਵੀ ਉਹ ਕੀ ਫੀਲ ਕਰ ਰਹੇ ਇਸ ਟਾਈਮ, ਔਰ ਨੈਚੁਰਲੀ ਸਾਰੇ ਇਮੋਸ਼ਨਲ ਹੋਏ ਗਏ ਸੀ। ਭੈਣ ਭਰਾ ਨੂੰ ਪਤਾ ਹੁੰਦਾ ਇੱਕ ਦੂਸਰੇ ਦਾ ਦੁੱਖ, ਔਰ ਮੰਮਾ ਫੀਲ ਕਰ ਪਾ ਰਹੇ ਸੀ ਮਾਮਾ ਜੀ ਕੀ ਕਹਿਣਾ ਚਾਹੁੰਦੇ ਆ, ਔਰ ਹੀ ਆਲਰੇਡੀ ਨਿਊ ਮੰਮਾ ਕੀ ਕਹਿਣਾ ਚਾਹੁੰਦੇ ਆ। ਸੋ ਹੱਥ ਫੜ ਕੇ ਬਸ ਇੱਕ ਬੰਦਾ ਰੋ ਸਕਦਾ, ਹੰਝੂ ਬਹਾ ਸਕਦਾ, ਉਸ ਟਾਈਮ ਕਹਿ ਨਹੀਂ ਸਕਦਾ ਕੁਝ, ਕਿਉਂਕਿ ਜਿਵੇਂ ਮਾਮਾ ਜੀ ਨੇ ਦੱਸਿਆ ਅਸੀਂ ਗੱਲ ਡਿਸਕਸ ਨਹੀਂ ਕਰਦੇ, ਕਿਉਂਕਿ ਸਾਡਾ ਦਿਲ ਨਹੀਂ ਕਰਦਾ ਐਡੀ ਵੱਡੀ ਟ੍ਰੈਜੇਡੀ ਨੂੰ ਬਾਰ-ਬਾਰ ਯਾਦ ਕਰੀਏ, ਕਿਉਂਕਿ ਉਹ ਲਾਸਟ ਜਿਹੜੇ ਸੈਕਿੰਡ ਸੀ ਨਾ ਡੈਡ ਦੇ, ਵੈਨ ਵੀ ਲੋਸਟ ਹਿਮ, ਉਦੋਂ ਸਿਰਫ ਮੈਂ ਤੇ ਮੰਮਾ ਜੀ ਸੀਗੇ ਉੱਥੇ ਕੋਲ ਖੜੇ। ਸਭ ਤੋਂ ਵੱਡੀ ਐਗਜ਼ਾਮਪਲ ਲੋਕ ਪਤਾ ਕੀ ਕਹਿੰਦੇ ਆ, ਤੁਸੀਂ ਪੀਆਰ ਲੈ ਕੇ ਤੁਸੀਂ ਕਿਹੜਾ ਵਾਪਸ ਆ ਗਏ ਜੀ। ਮੈਂ ਪੀਆਰ ਆ ਕੈਨੇਡਾ ਦਾ, ਮੈਂ ਕੈਨੇਡਾ ਤੋਂ ਆ ਕੇ ਇੰਡੀਆ ਰਹਿਣਾ, ਇੱਥੇ ਕੰਮ ਕਰਦਾ, ਇੱਥੇ ਦੀ ਮਿਊਜ਼ਿਕ ਇੰਡਸਟਰੀ 'ਚ ਰਹਿਣਾ, ਉੱਥੇ ਜਾਣਾ, ਉੱਥੇ ਦਾ ਕੰਮ ਕਰਦਾ, ਇੱਥੇ ਆਉਣਾ, ਇੱਥੇ ਦਾ ਕੰਮ ਕਰਦਾ, ਕਿਉਂਕਿ ਮੈਂ ਉੱਥੋਂ ਨੌਲੇਜ ਲਈ, ਉੱਥੋਂ ਆਡੀਓ ਇੰਜੀਨੀਅਰਿੰਗ ਕੀਤੀ, ਮਿਊਜ਼ਿਕ ਪ੍ਰੋਡਕਸ਼ਨ ਸਿੱਖੀ, ਮੈਂ ਆਰਟ ਆਪਣਾ ਉੱਥੋਂ ਲਿਆ, ਜਿਸ ਸਾਊਂਡ ਦੀ ਮੈਂ ਰਿਸਰਚ ਕੀਤੀ, ਜੋ ਨੌਲੇਜ ਉੱਥੋਂ ਲਈ, ਐਡਾ ਗ੍ਰੈਂਡ ਲੈਵਲ ਦਾ ਮਿਊਜ਼ਿਕ, ਐਡਾ ਵੱਡਾ ਜੋ ਉੱਥੇ ਮਤਲਬ ਐਡੀ ਵੱਡੀ ਗ੍ਰੈਂਡ ਸਾਊਂਡ ਜਿਹੜੀ ਉੱਥੋਂ ਮੈਂ ਸਿੱਖ ਕੇ ਆਇਆ, ਮੈਂ ਆਪਣੇ ਪੰਜਾਬ ਦੇ ਮਿਊਜ਼ਿਕ ਨੂੰ ਦੇਣਾ ਚਾਹੁੰਦਾ ਹਾਂ। ਸੋ ਜੇ ਮੈਂ ਕਰ ਸਕਦਾ ਤਾਂ ਮੇਰੇ ਭਰਾ, ਮੇਰੇ ਨਾਲ ਦੀ ਭੈਣ ਭਰਾ ਉਹ ਵੀ ਕਰ ਸਕਦੇ। ਕੁਝ ਮੂਮੈਂਟਸ ਇਹੋ ਜਿਹੇ ਬਣ ਜਾਂਦੇ ਨੇ ਕਿ ਉਹ ਸੇਮ ਟਾਈਮ ਤੇ ਖੁਸ਼ੀ, ਸੇਮ ਟਾਈਮ ਤੇ ਪ੍ਰਾਊਡ ਮੂਮੈਂਟ ਐਂਡ ਸੇਮ ਟਾਈਮ ਤੇ ਕਿਤੇ ਨਾ ਕਿਤੇ ਇੱਕ ਨਾਮੋਸ਼ੀ, ਇੱਕ ਇਮੋਸ਼ਨਲ ਕਰਨ ਵਾਲਾ ਮੂਮੈਂਟ ਬਣਾ ਜਾਂਦੇ ਨੇ। ਅੱਜ ਕੁਝ ਇਹੋ ਜਿਹੇ ਹੀ ਪਲ ਸੀ ਜਦੋਂ ਫਿਲਮ ਦੇਖੀ ਜਾ ਰਹੀ ਸੀ ਪੀਆਰ। ਵਜ੍ਹਾ ਕੀ ਹੈ ਇਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ, ਲੇਕਿਨ ਜਿਸ ਦੇ ਬਾਰੇ ਵਜ੍ਹਾ ਡਿਸਕਸ ਹੋ ਸਕਦੀ ਹੈ ਉਹਨਾਂ ਦੇ ਨਾਲ ਫਿਲਹਾਲ ਅਸੀਂ ਬੈਠੇ ਹੋਏ ਹਾਂ। ਸਾਡੇ ਨਾਲ ਨੇ ਆਲਾਪ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਹੋ। ਔਰ ਆਈ ਨੋ ਤੁਸੀਂ ਸਾਰੇ ਜਣੇ ਨੇ ਬਹੁਤ ਐਕਸਾਈਟਮੈਂਟ ਨਾਲ ਔਰ ਬਹੁਤ ਹੀ ਇੱਕ ਬੜੇ ਹੈਵੀ ਹਾਰਟ ਨਾਲ ਮੂਵੀ ਦੇਖੀ ਹੋਣੀ ਸਾਰਿਆਂ ਨੇ, ਆਈ ਨੋ। ਐਂਡ ਐਜ਼ ਯੂ ਸਪੋਕ ਟੂ ਮੰਮਾ, ਵੈਸੇ ਹੀ ਸਾਡਾ, ਕਿਉਂਕਿ ਪਾਪਾ ਨੂੰ ਇੰਨੀ ਦੇਰ ਬਾਅਦ ਇੰਨੇ ਰੈਗੂਲਰਲੀ ਆਪਣੀ ਅੱਖਾਂ ਮੂਹਰੇ ਦੇਖਣਾ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਸੀਗਾ, ਇੱਕ ਬੜਾ ਇਮੋਸ਼ਨਲ ਵੀ ਸੀਗਾ, ਸ਼ੌਕਿੰਗ ਵੀ ਸੀਗਾ, ਕਿਉਂਕਿ ਤੁਹਾਨੂੰ ਮੇਰੀ ਆਵਾਜ਼ ਤੋਂ ਲੱਗ ਗਿਆ ਹੋਣਾ ਪਤਾ ਕਿੰਨਾ ਅਸੀਂ ਹੱਸੇ ਵੀ ਔਰ ਰੋਏ ਵੀ ਹਾਂ। ਹਿਜ਼ ਪਰਸੋਨਾ, ਹਿਜ਼ ਪਰਸਨੈਲਿਟੀ, ਸੀਇੰਗ ਹਿਮ ਔਨ ਸਕਰੀਨ, ਮਤਲਬ ਬਹੁਤ ਜ਼ਿਆਦਾ ਹੈਵੀ ਸੀਗਾ ਮੇਰੇ ਲਈ, ਐਤਕੀ ਬਹੁਤ ਜ਼ਿਆਦਾ ਹੈਵੀ ਸੀਗਾ, ਇਟ ਵਾਸ ਟਫ। ਤੁਹਾਡੇ ਮਾਮਾ ਜੀ ਤੁਹਾਡੇ ਨਾਲ ਨੇ, ਰਾਈਟ ਜੀ। ਸੋ ਸਰ, ਫਿਲਮ ਦੇਖੀ ਅਸੀਂ ਸਾਰਿਆਂ ਨੇ, ਅਸੀਂ ਸਿਰਫ ਇਹਨਾਂ ਨਾਲ ਜੁੜੇ ਹੋਏ ਹਾਂ ਇੱਕ ਸਿਨੇਮਾ ਦੇ ਕਨੈਕਟੀਵਿਟੀ ਦੇ ਨਾਲ, ਠੀਕ ਹੈ। ਤੁਹਾਡਾ ਇੱਕ ਪਰਿਵਾਰਿਕ ਰਿਲੇਸ਼ਨ ਹੈ, ਇੱਕ ਨੋਕ ਝੋਕ ਦੇਖ ਕੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਹਾਂ ਵਾਕਈ ਸਰਦੂਲ ਜੀ ਐਂਡ ਅਮਰ ਨੂਰੀ ਜੀ ਇੱਦਾਂ ਸੀਗੇ। ਇੱਕ ਭਰਾ ਜਦੋਂ ਆਪਣੀ ਭੈਣ ਨੂੰ ਦੇਖ ਰਿਹਾ ਸੀਗਾ ਕੁਰਸੀ ਤੇ ਇਕੱਲੀ ਬੈਠੀ ਨੂੰ, ਤੇ ਸਕਰੀਨ ਤੇ ਸਰਦੂਲ ਜੀ ਦੇ ਨਾਲ, ਸੋ ਇੱਕ ਭਰਾ ਦੇ ਅੰਦਰ ਕੀ ਚੱਲ ਰਿਹਾ ਸੀ? ਉਹ ਚੱਲ ਰਿਹਾ ਸੀ ਜੋ ਉਹਨਾਂ ਦੀ ਐਕਚੁਅਲੀ ਜਿਹੜੇ ਉਹਦੇ ਡਾਇਲੋਗ ਸੀਗੇ ਉਹ ਕਿਤੇ ਨਾ ਕਿਤੇ ਕਨੈਕਟ ਕਰ ਰਹੇ ਸੀ ਬਹੁਤ ਜ਼ਿਆਦਾ, ਹੈ ਨਾ। ਅਤੇ ਜਦੋਂ ਹਾਫ ਟਾਈਮ ਹੋਇਆ ਸੀ, ਮੈਂ ਮੇਰੇ ਸਿਸਟਰ ਕੋਲ ਗਿਆ ਤਾਂ ਉਹ ਨੈਚੁਰਲੀ ਉਹਨਾਂ ਨੂੰ ਪਤਾ ਲਾਸਟ ਟਾਈਮ ਮੈਂ ਔਰ ਆਲਾਪ ਬਿਲਕੁਲ ਲਾਸਟ ਟਾਈਮ ਅਸੀਂ ਦੇਖਿਆ, ਉਹ ਬਿਲਕੁਲ ਲਾਸਟ ਸੈਕਿੰਡ ਸੀ ਜਿਹੜੇ ਉਹ ਉਸ ਤੁਸੀਂ ਸੋਚ ਕੇ ਦੇਖੋ ਕਿੱਦਾਂ ਸੀ, ਅਤੇ ਆਪਣੇ ਅੰਦਰ ਰੱਖਿਆ ਹੋਇਆ। ਔਰ ਜੋ ਸਿਸਟਰ ਨੇ ਮੈਨੂੰ ਦੇਖਿਆ ਤਾਂ ਉਹ ਇੱਕਦਮ ਮੇਰੇ ਹੱਥ ਪਕੜ ਕੇ ਰੋਣ ਲੱਗ ਗਈ। ਤਾਂ ਮੈਨੂੰ ਪਤਾ ਸੀ ਵੀ ਉਹ ਕੀ ਫੀਲ ਕਰ ਰਹੇ ਇਸ ਟਾਈਮ, ਔਰ ਨੈਚੁਰਲੀ ਸਾਰੇ ਇਮੋਸ਼ਨਲ ਹੋਏ ਗਏ ਸੀ। ਕਿ ਕਹਿਣ ਦੀ ਲੋੜ ਨਹੀਂ ਨਾ ਪੈਂਦੀ, ਉਦੋਂ ਭੈਣ ਭਰਾ ਨੂੰ ਪਤਾ ਹੁੰਦਾ ਇੱਕ ਦੂਸਰੇ ਦਾ ਦੁੱਖ, ਔਰ ਮੰਮਾ ਫੀਲ ਕਰ ਪਾ ਰਹੇ ਸੀ ਮਾਮਾ ਜੀ ਕੀ ਕਹਿਣਾ ਚਾਹੁੰਦੇ ਆ, ਔਰ ਹੀ ਆਲਰੇਡੀ ਨਿਊ ਮੰਮਾ ਕੀ ਕਹਿਣਾ ਚਾਹੁੰਦੇ ਆ। ਸੋ ਹੱਥ ਫੜ ਕੇ ਬਸ ਇੱਕ ਬੰਦਾ ਰੋ ਸਕਦਾ, ਹੰਝੂ ਬਹਾ ਸਕਦਾ, ਉਸ ਟਾਈਮ ਕਹਿ ਨਹੀਂ ਸਕਦਾ ਕੁਝ, ਕਿਉਂਕਿ ਜਿਵੇਂ ਮਾਮਾ ਜੀ ਨੇ ਦੱਸਿਆ ਅਸੀਂ ਗੱਲ ਡਿਸਕਸ ਨਹੀਂ ਕਰਦੇ, ਕਿਉਂਕਿ ਸਾਡਾ ਦਿਲ ਨਹੀਂ ਕਰਦਾ ਐਡੀ ਵੱਡੀ ਟ੍ਰੈਜੇਡੀ ਨੂੰ ਬਾਰ-ਬਾਰ ਯਾਦ ਕਰੀਏ, ਕਿਉਂਕਿ ਉਹ ਲਾਸਟ ਜਿਹੜੇ ਸੈਕਿੰਡ ਸੀ ਨਾ ਡੈਡ ਦੇ, ਵੈਨ ਵੀ ਲੋਸਟ ਹਿਮ, ਉਦੋਂ ਸਿਰਫ ਮੈਂ ਤੇ ਮੰਮਾ ਜੀ ਸੀਗੇ ਉੱਥੇ ਕੋਲ ਖੜੇ, ਕਿਉਂਕਿ ਸਾਰਿਆਂ ਨੂੰ ਬਾਹਰ ਕੱਢਣਾ ਪਿਆ। ਸਿਚੁਏਸ਼ਨ ਤੁਹਾਨੂੰ ਪਤਾ ਹੋ ਜਾਂਦੀ ਇੱਦਾਂ ਦੀ, ਜਦੋਂ ਬਹੁਤ ਸੀਰੀਅਸ ਕੰਡੀਸ਼ਨ ਹੋ ਗਈ ਸੀਗੀ ਉਸ ਟਾਈਮ, ਸਿਰਫ ਡਿਸੀਜਨ ਲੈਣ ਵਾਲੇ ਵੀ ਔਰ ਇੰਨਾ ਕੁ ਹੌਸਲਾ ਕਰਕੇ ਉੱਥੇ ਕੋਲ ਖੜਨ ਵਾਲੇ ਵੀ ਸਿਰਫ ਅਸੀਂ ਦੋ ਜਣੇ ਸੀਗੇ। ਇਹਨਾਂ ਕਰਕੇ ਮੈਂ ਹੌਸਲਾ ਕਰਕੇ ਖੜਾ ਸੀਗਾ, ਔਰ ਅਸੀਂ ਦੋਨਾਂ ਨੇ ਉਹ ਬਸ ਇੱਕ ਜਿੱਦਾਂ ਮਰਜ਼ੀ ਦੀ ਮੈਮਰੀ ਕਹਿ ਲਓ, ਚਾਹੇ ਨਾਈਟਮੇਅਰ ਕਹਿ ਲਓ, ਚਾਹੇ ਮੈਮਰੀ ਕਹਿ ਲਓ, ਚਾਹੇ ਸਾਡੇ ਇੱਕ ਟਰੋਮਾ ਕਹਿ ਲਓ, ਉਸ ਉਹ ਸਾਂਭ ਕੇ ਰੱਖਿਆ ਹੋਇਆ ਸੀ ਅੰਦਰ, ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਔਰ ਮਾਮਾ ਜਦੋਂ ਐਂਟਰ ਕੀਤੇ ਅੰਦਰ ਆ ਕੇ ਬੈਠੇ ਆ ਮੇਰੇ ਕੋਲ, ਮਤਲਬ ਸਿਰਫ ਬੈਠਣ ਦੀ ਦੇਰ ਸੀ ਤੇ ਹੰਝੂ ਆਪਣੇ ਆਪ ਹੀ ਆ ਰਹੇ ਸੀਗੇ, ਕਿਉਂਕਿ ਅਸੀਂ ਆਪ ਨਹੀਂ ਕੰਟਰੋਲ ਕਰ ਪਾ ਰਹੇ ਸੀਗੇ ਦੇਖ ਕੇ ਸਾਰੀਆਂ ਚੀਜ਼ਾਂ। ਹੱਸਣਾ ਸੀ ਜਿਹੜੇ ਡਾਇਲੋਗਸ ਤੇ ਉਸ 'ਤੇ ਹੱਸ ਕੇ ਫਿਰ ਰੋ ਪੈਂਦੇ ਸੀ ਉੱਥੇ ਆ ਕੇ। ਹੱਸ ਜ਼ਰੂਰ ਰਹੇ ਸੀ ਅਸੀਂ, ਮਤਲਬ ਕਿ ਅੰਦਰੋਂ ਹੱਸ ਰਹੇ ਸੀਗੇ, ਪਰ ਅੱਖਾਂ 'ਚ ਪਾਣੀ ਉਹ ਸੀਗਾ, ਕਿਉਂਕਿ ਉਹ ਆਮ ਲਾਈਫ ਵਿੱਚ ਵੀ ਇਸ ਤਰ੍ਹਾਂ ਕੁਛ ਨਾ ਕੁਛ ਇਸ ਤਰ੍ਹਾਂ ਦੀ ਚੱਲਦਾ ਰਹਿੰਦੀ ਸੀ, ਕਾਮੇਡੀ ਟਾਈਪ ਸਾਡੇ ਫੈਮਿਲੀ ਵਿੱਚ ਇਸ ਤਰ੍ਹਾਂ ਕਰਕੇ। ਅਤੇ ਫਿਲਮ ਵੀ ਜ਼ਰੂਰ ਇੱਕ ਲੋਕ ਤਾਂ ਇਹਨੂੰ ਐਜ਼ ਏ ਫਿਲਮ ਦੇਖਣ ਹੀ ਆ ਜਾਣ, ਚਾਹੇ ਬਿਲਕੁਲ ਮੈਂ ਕਹਿੰਦਾ ਕੋਈ ਇੰਟਰਟੇਨਮੈਂਟ ਵਾਸਤੇ ਹੀ ਆ ਜਾਣ, ਆਪਣਾ ਟਾਈਮ ਪਾਸ ਕਰਨ ਵਾਸਤੇ ਆਣ, ਲੇਕਿਨ ਉਹਨਾਂ ਲਈ ਜੋ ਅਨਮੁੱਲਾ ਮੈਸੇਜ ਉਹਨਾਂ ਉਹ ਲੈ ਕੇ ਜਾਣਗੇ ਨਾ, ਜਿਹੜਾ ਉਹ ਮਤਲਬ ਇਹ ਕਹਿਣਗੇ ਵੀ ਅਸੀਂ ਮਿਸ ਕਰ ਦੇਣਾ ਸੀ। ਇਹ ਫਿਲਮਾਂ ਬਹੁਤ ਬਣਦੀਆਂ ਨੇ, ਸਾਰੀਆਂ ਨਾਈਸ ਹੁੰਦੀਆਂ ਨੇ, ਸਭ 'ਚ ਮੈਸੇਜਿੰਗ ਹੁੰਦੀ ਹੈ, ਬਟ ਇਹਦੇ ਵਿੱਚ ਜਿਹੜੀ ਮੈਸੇਜਿੰਗ ਦੱਸੀ ਗਈ ਨਾ, ਖਾਸ ਕਰਕੇ ਆਪਣੇ ਪੰਜਾਬ ਬਾਰੇ, ਆਪਣੀ ਮਿੱਟੀ ਬਾਰੇ,
ਔਰ ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਆ ਉਹ ਬਾਹਰ ਨੂੰ ਜਿਹੜੀ ਜਾ ਰਹੀ ਹੈ, ਠੀਕ ਹੈ, ਨੋ ਡਾਊਟ ਵੀ ਕੁਆਲੀਫਿਕੇਸ਼ਨ ਲਈ ਕਿਤੇ ਵੀ ਜਾਣਾ ਚਾਹੀਦਾ, ਸਾਡੇ ਇੰਡੀਆ 'ਚ ਵੀ ਆਉਂਦੇ ਨੇ, ਬਟ ਉਹ ਆ ਕੇ ਆਪਣੀ ਮਿੱਟੀ ਨੂੰ ਹੀ ਇਹਦੇ ਵਿੱਚ ਹੀ ਆਪਣਾ ਬੀਜ ਪਾਉਣ, ਉਹ ਇੱਥੋਂ ਹੀ ਉਹ ਆਪਣਾ ਫਸਲ ਜਿਹੜੀ ਹੈਗੀ ਉਹ ਉਗਾਉਣ, ਆਪਣੇ ਮਾਂ-ਬਾਪ ਨੂੰ, ਆਪਣੇ ਪੰਜਾਬ ਨੂੰ, ਆਪਣੀ ਧਰਤੀ ਨੂੰ, ਆਪਣੇ ਹਿੰਦੁਸਤਾਨ ਨੂੰ ਉਹ ਪ੍ਰਫੁੱਲਿਤ ਕਰਨ। ਜੀ ਬਿਲਕੁਲ, ਵੈਸੇ ਤੇ ਹਰਭਜਨ ਮਾਨ ਜੀ ਔਰ ਮੰਜੀ ਦੀ ਇੱਕ ਇਹੀ ਸਪੈਸ਼ਲਿਟੀ ਹੈ ਕਿ ਉਹਨਾਂ ਦੀ ਫਿਲਮਾਂ ਦੇ ਵਿੱਚ ਉਹ ਪੰਜਾਬ ਨੂੰ ਵਿਖਾਉਂਦੇ, ਪੰਜਾਬ 'ਚ ਅੱਜ ਪੰਜਾਬ ਨਜ਼ਰ ਨਹੀਂ ਆਉਂਦਾ ਲੇਕਿਨ ਇਹਨਾਂ ਦੀਆਂ ਫਿਲਮਾਂ ਦੇ ਵਿੱਚ ਪੰਜਾਬ ਨਜ਼ਰ ਆਉਂਦਾ, ਰਾਈਟ। ਸੋ ਮੈਂ ਚਾਹੁੰਦੀ ਹਾਂ ਕਿ ਪੀਆਰ ਵਰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਹਰ ਚੀਜ਼ ਕਮਰਸ਼ੀਅਲ ਹੋ ਕੇ ਵੇਖਣਾ ਐਂਟਰਟੇਨਮੈਂਟ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇੱਕ ਅਹਿਸਾਸ ਹੈ, ਕੁਝ ਰਿਸ਼ਤੇ ਨੇ ਔਰ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦੇ ਨਾਲ ਨਾਲ ਜੋ ਐਂਟਰਟੇਨਮੈਂਟ ਦਾ ਇੱਕ ਤਰੀਕਾ ਵਿਖਾਇਆ ਗਿਆ ਉਹ ਬਹੁਤ ਖੂਬਸੂਰਤ ਹੈ। ਸੋ ਕੱਲ ਆਪਣੀ ਗੱਲ ਹੋਈ ਸੀ ਸਟਾਇਰ ਦੀ, ਕੱਲ ਆਪਣੀ ਗੱਲ ਹੋਈ ਸੀ ਕਾਮੇਡੀ ਦੀ। ਸੋ ਅਸੀਂ ਅੱਜ ਵੇਖਿਆ ਕਿ ਸਰਦੂਲ ਜੀ ਕਿਸ ਤਰ੍ਹਾਂ, ਕਿਉਂਕਿ ਪਿਛਲੀ ਵਾਰ ਗੱਲ ਹੋਈ ਸੀ ਤੇ ਨੂਰੀ ਮਾਂ ਨੇ ਦੱਸਿਆ ਸੀਗਾ ਕਿ ਕਿਤੇ ਬਾਹਰ ਹੁੰਦੇ ਸੀ ਤਾਂ ਫੋਨ ਕਰਕੇ ਕੁਝ ਵੀ ਬਣ ਕੇ ਮੈਨੂੰ ਤੰਗ ਕਰਦੇ ਸੀ। ਬਿਲਕੁਲ, ਔਰ ਤੁਹਾਨੂੰ ਪਤਾ ਹੈ ਕਿਉਂਕਿ ਪਾਪਾ ਦੀ ਇੱਕ ਮਖੌਲੀਆ ਜਿਹੜਾ ਉਹਨਾਂ ਦਾ ਇੱਕ ਅੰਦਾਜ਼ ਸੀਗਾ, ਜਿਹੜਾ ਇੱਕ ਉਹਨਾਂ ਦਾ ਸ਼ੁਗਲ ਦਾ ਉਹਨਾਂ ਦਾ ਇੱਕ ਸਟਾਈਲ ਸੀਗਾ, ਉਹਨਾਂ ਨੇ ਜਦੋਂ ਵੀ ਕਾਲ ਕਰਨਾ ਹੁੰਦਾ ਸੀਗਾ, ਕਿਉਂਕਿ ਲੈਂਡਲਾਈਨ ਦੇ ਜ਼ਮਾਨੇ 'ਚ ਨੰਬਰ ਨਹੀਂ ਸੀ ਡਿਸਪਲੇ ਹੁੰਦਾ ਜਦੋਂ ਅਸੀਂ ਛੋਟੇ ਸੀਗੇ, ਔਰ ਮੰਮਾ ਨੇ ਫੋਨ ਚੱਕਣਾ, ਪਾਪਾ ਨੇ ਕੋਈ ਨਾ ਕੋਈ ਆਵਾਜ਼ ਬਦਲ ਕੇ ਗੱਲ ਕਰਨਾ, ਕਦੇ ਸੁਰਿੰਦਰ ਛਿੰਦਾ ਸਾਹਿਬ ਦੀ ਆਵਾਜ਼ 'ਚ, ਕਦੇ ਮਾਨਕ ਸਾਹਿਬ ਦੀ ਆਵਾਜ਼ 'ਚ, ਕਿਉਂਕਿ ਆਰਟ ਸੀਗਾ ਉਹਨਾਂ ਦਾ ਇਹ, ਐਂਡ ਹੀ ਇੰਜੋਇਡ ਇਟ ਐਂਡ ਹੀ ਐਮਬ੍ਰੇਸਡ ਇਟ ਸੋ ਮਚ ਕਿ ਉਹ ਰੀਅਲ ਲਾਈਫ ਦੇ ਵਿੱਚ ਵੀ ਉਹਨੂੰ ਇੰਪਲੀਮੈਂਟ ਕਰਦੇ ਸੀਗੇ। ਕੋਈ ਨਾ ਕੋਈ ਫਨੀ ਗੱਲ ਕਰ ਦੇਣੀ, ਕੋਈ ਨਾ ਕੋਈ ਪਾਪਾ ਨਾਲ ਮੰਮਾ ਨਾਲ ਕੋਈ ਜੋ ਇੱਕ ਕਪਲ ਦੀਆਂ ਆਪਸ 'ਚ ਪਿਆਰ ਭਰੀਆਂ ਗੱਲਾਂ ਜਾਂ ਨੋਕ ਝੋਕ ਹੁੰਦੀ ਹੈ ਜਾਂ ਕੋਈ ਨਾ ਕੋਈ ਇੱਦਾਂ ਦੀ ਗੱਲ ਹੁੰਦੀ ਹੈ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਮਨ ਜੀ ਨੇ, ਹਰਭਜਨ ਮਾਨ ਜੀ ਨੇ ਡੈਡ ਦੀ ਉਸ ਚੀਜ਼ ਨੂੰ ਕੈਪਚਰ ਕਰਕੇ ਪੱਕਾ ਹੀ ਇੱਕ ਮਤਲਬ ਸਿਨੇਮਾ ਦੇ ਗਰਾਊਂਡ ਤੇ ਲਿਆਉਂਦਾ, ਉਹਨੂੰ ਸਿਨੇਮਾ ਦੇ ਫਲੋਰ ਤੇ ਲਿਆਉਂਦਾ, ਜੋ ਸਿਰਫ ਸਾਡੇ ਡਰਾਇੰਗ ਰੂਮ ਤੱਕ ਸੀਮਿਤ ਸੀਗਾ। ਔਰ ਮੈਂ ਤੁਹਾਨੂੰ ਕੱਲ ਦੱਸਿਆ ਕਿ ਜਿਹੜੀਆਂ ਮਹਿਫਿਲਾਂ ਹਰ ਕਿਸੇ ਦੀ ਮਤਲਬ ਹਰ ਕੋਈ ਐਕਸੈਸਿਬਲੀ ਉਹਨੂੰ ਨਹੀਂ ਵਿਊ ਕਰ ਸਕਦਾ ਸੀਗਾ, ਨੋਬਡੀ ਹੈਡ ਐਕਸੈਸ ਟੂ ਦੈਟ ਮਹਿਫਿਲ, ਔਰ ਉਹ ਇਨਐਕਸੈਸਿਬਿਲਿਟੀ ਜਿਹੜੀ ਸੀਗੀ ਉਹਨੂੰ ਇਹਨਾਂ ਨੇ ਦੂਰ ਕਰਤਾ। ਡੈਡ ਦਾ ਉਹ ਸ਼ੁਗਲ ਜਿਹੜਾ ਅੱਜ ਅਸੀਂ ਮਿਸ ਕਰਦੇ ਹਾਂ ਪਿਛਲੇ ਸਾਲ ਡੇਢ ਸਾਲ ਤੋਂ, ਉਹ ਅੱਜ ਤੁਹਾਨੂੰ ਸਿਨੇਮਾ ਦੇ ਵਿੱਚ ਉਹਨਾਂ ਨੇ ਦਿਖਾਤਾ। ਸੋ ਆਈ ਐਮ ਸੋ ਹੈਪੀ। ਨਾਲ ਦੀ ਨਾਲ ਇੱਕ ਵੱਡਾ ਮੈਸੇਜ ਵੀ ਉਹਨਾਂ ਨੇ ਦਿੱਤਾ ਜਿਹੜਾ ਹਰ ਮੂਵੀ 'ਚ ਹੁੰਦਾ ਹੀ ਹੈ। ਮੈਂ ਇੱਕ ਗੱਲ ਕਹਿੰਦਾ ਉਹਨਾਂ, ਦੇਖੋ ਇੱਥੇ ਸਾਨੂੰ ਕਈ ਵਾਰੀ, ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ, ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਹੈ ਨਾ, ਉਹ ਗੱਲ ਹੈ ਕਿ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਹਰ ਕਿਸੇ ਦੀ ਲਾਈਫ ਚੋਇਸਿਸ ਆਪਣੀਆਂ ਨੇ, ਬਟ ਰਾਦਰ ਦੈਨ ਕਈ ਵਾਰੀ ਮੈਂ ਦੁਖਾਂਤ ਦੇਖਿਆ ਕਿ ਰਾਦਰ ਦੈਨ ਕਿ ਨਹੀਂ ਇੱਥੇ ਦਾਤੀ ਖੁਰਪੀ ਫੜ ਕੇ ਆਪਣੀ ਮਿੱਟੀ ਨਾਲ ਮਿੱਟੀ ਹੋਣ ਦੇ ਬਜਾਏ ਲੋਕਾਂ ਦੇ ਗੋਰਿਆਂ ਦੇ ਟਾਇਲਟ ਸਾਫ਼ ਕਰਨ ਨੂੰ ਦੁਨੀਆ ਅਗਰੀ ਕਰਦੀ ਹੈ। ਮੈਂ ਉਸ ਗੱਲ ਲਈ ਜਮਾ ਵੀ ਸਹਿਮਤ ਨਹੀਂ ਕਦੇ ਵੀ ਇਸ ਚੀਜ਼ ਨਾਲ ਹੋਊਂਗਾ, ਕਿਉਂਕਿ ਦੇਖੋ ਸਾਰੀ ਉਮਰ ਸਾਡੇ ਬਜ਼ੁਰਗਾਂ ਨੇ, ਸਾਰੀ ਉਮਰ ਸਾਡੇ ਵੱਡਿਆਂ ਨੇ, ਸਾਡੇ ਸ਼ਹੀਦਾਂ ਨੇ ਜਿੰਨੀ ਲੜਾਈ ਲੜੀ ਸਾਡੇ ਦੇਸ਼ ਨੂੰ ਉਹਨਾਂ ਤੋਂ ਛਡਾਉਣ ਵਾਸਤੇ, ਰਾਦਰ ਦੈਨ ਕਿ ਤੁਸੀਂ ਉੱਥੇ ਜਾ ਕੇ ਫਿਰ ਉਸੇ ਚੀਜ਼ ਦੇ ਤੁਸੀਂ ਸ਼ਿਕਾਰ ਹੋ ਜਾਓ, ਰਾਦਰ ਦੈਨ ਉੱਥੇ ਜਾਓ, ਆਪਣੀ ਪੰਜਾਬੀਅਤ ਨੂੰ ਵੀ ਰਿਪਰੈਜ਼ੈਂਟ ਕਰੋ ਔਰ ਆਪਣੀ ਇੰਟਰਨੈਸ਼ਨਲ ਸੋਚ ਨੂੰ ਵੀ ਵਧਾਓ, ਆਪਣੇ ਹੋਰਾਈਜ਼ਨ ਨੂੰ ਐਕਸਪੈਂਡ ਕਰੋ, ਐਜੂਕੇਸ਼ਨ ਲਓ, ਲਰਨ ਕਰੋ, ਉਸ ਐਜੂਕੇਸ਼ਨ ਦਾ ਫਾਇਦਾ ਮੁੜ ਆਪਣੇ ਪੰਜਾਬ ਨੂੰ ਦਿਓ, ਵਾਪਸ ਆ ਕੇ ਇੱਥੇ ਦੱਸੋ। ਹੁਣ ਮੈਂ ਆ ਸਭ ਤੋਂ ਵੱਡੀ ਐਗਜ਼ਾਮਪਲ, ਲੋਕ ਪਤਾ ਕੀ ਕਹਿੰਦੇ ਆ, ਤੁਸੀਂ ਪੀਆਰ ਲੈ ਕੇ ਤੁਸੀਂ ਕਿਹੜਾ ਵਾਪਸ ਆ ਗਏ ਜੀ, ਮੈਂ ਪੀਆਰ ਆ ਕੈਨੇਡਾ ਦਾ, ਮੈਂ ਕੈਨੇਡਾ ਤੋਂ ਆ ਕੇ ਇੰਡੀਆ ਰਹਿਣਾ, ਇੱਥੇ ਕੰਮ ਕਰਦਾ, ਇੱਥੇ ਦੀ ਮਿਊਜ਼ਿਕ ਇੰਡਸਟਰੀ 'ਚ ਰਹਿਣਾ, ਉੱਥੇ ਜਾਣਾ, ਉੱਥੇ ਦਾ ਕੰਮ ਕਰਦਾ, ਇੱਥੇ ਆਉਣਾ, ਇੱਥੇ ਦਾ ਕੰਮ ਕਰਦਾ, ਕਿਉਂਕਿ ਮੈਂ ਉੱਥੋਂ ਨੌਲੇਜ ਲਈ, ਉੱਥੋਂ ਆਡੀਓ ਇੰਜੀਨੀਅਰਿੰਗ ਕੀਤੀ, ਮਿਊਜ਼ਿਕ ਪ੍ਰੋਡਕਸ਼ਨ ਸਿੱਖੀ, ਮੈਂ ਆਰਟ ਆਪਣਾ ਉੱਥੋਂ ਲਿਆ, ਜਿਸ ਸਾਊਂਡ ਦੀ ਮੈਂ ਰਿਸਰਚ ਕੀਤੀ, ਜੋ ਨੌਲੇਜ ਉੱਥੋਂ ਲਈ, ਐਡਾ ਗ੍ਰੈਂਡ ਲੈਵਲ ਦਾ ਮਿਊਜ਼ਿਕ, ਐਡਾ ਵੱਡਾ ਜੋ ਉੱਥੇ ਮਤਲਬ ਐਡੀ ਵੱਡੀ ਗ੍ਰੈਂਡ ਸਾਊਂਡ ਜਿਹੜੀ ਉੱਥੋਂ ਮੈਂ ਸਿੱਖ ਕੇ ਆਇਆ, ਮੈਂ ਆਪਣੇ ਪੰਜਾਬ ਦੇ ਮਿਊਜ਼ਿਕ ਨੂੰ ਦੇਣਾ ਚਾਹੁੰਦਾ ਹਾਂ। ਸੋ ਜੇ ਮੈਂ ਕਰ ਸਕਦਾ ਤਾਂ ਮੇਰੇ ਭਰਾ, ਮੇਰੇ ਨਾਲ ਦੀਆਂ ਭੈਣ ਭਰਾ ਉਹ ਵੀ ਕਰ ਸਕਦੇ। ਬਿਲਕੁਲ। ਸੋ ਥੈਂਕ ਯੂ ਸੋ ਵੈਰੀ ਮੱਚ। ਤੁਹਾਨੂੰ ਵੀ ਬਹੁਤ ਦਿਨਾਂ ਦੀ ਮਿਹਨਤ ਤੁਹਾਡੀ ਜਿਹੜੀ ਸੀਗੀ ਉਹ ਲੱਗੀ ਹੋਈ ਸੀ, ਔਰ ਦਿਨਾਂ ਦੀ ਕਿਉਂ ਸਾਲਾਂ ਦੀ। ਤੁਸੀਂ ਮੇਰੇ ਚਿਹਰੇ ਤੇ ਦੇਖ ਸਕਦੇ ਹੋ ਸ਼ਾਈਨ, ਕਿਉਂਕਿ ਉਹ ਥਕਾਵਟ ਜਿੰਨੀ ਹੈਗੀ ਆ, ਜਿੰਨਾ ਸਾਡਾ ਰੁਝੇਵਿਆਂ ਦੇ ਵਿੱਚ ਥਕਾਵਟ ਸੀ, ਇੱਥੇ ਆ ਕੇ ਸਾਡੀ ਸਾਰੀ ਉਤਰ ਗਈ ਇੱਕ ਸੈਕਿੰਡ 'ਚ। ਐਂਡ ਆਈ ਵਿਸ਼ ਕਿ ਇਸ ਤਰ੍ਹਾਂ ਦੇ ਕਨਸੈਪਟਸ ਔਰ ਇਸ ਤਰ੍ਹਾਂ ਦਾ ਕੰਮ ਤੁਹਾਡੇ ਵੱਲੋਂ ਐਂਡ ਨੂਰੀ ਮਾਂ ਵੱਲੋਂ ਔਰ ਸਾਰੰਗ ਵੱਲੋਂ ਅਸੀਂ ਆਲਵੇਜ਼ ਵੇਖਾਂਗੇ। ਐਂਡ ਮੈਨੂੰ ਲੱਗਦਾ ਹੈ ਕਿ ਸਰਦੂਲ ਸਰ ਦੀ ਮੈਮਰੀਜ਼ ਸਾਡੀਆਂ ਸਟਰੈਂਥ ਬਣ ਕੇ ਰਹਿਣਗੀਆਂ, ਔਰ ਓਬਵੀਅਸਲੀ ਸਾਡੇ ਲਈ ਨੰਬਰ 1 ਜੋੜੀ ਇਹੀ ਸੀ, ਇਹੀ ਰਹੂਗੀ, ਐਂਡ ਉਹ ਆਪਣੇ ਟੈਲੈਂਟ ਦੇ ਥਰੂ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹਿਣਗੇ। ਸੋ ਥੈਂਕ ਯੂ ਸੋ ਵੈਰੀ ਮਚ ਐਂਡ ਕੰਗ੍ਰੈਚੁਲੇਸ਼ਨ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਤੁਸੀਂ ਵੇਖਦੇ ਰਹੋ ਸਿਨੇ ਪੰਜਾਬੀ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।